ਮਹਾਂ ਕਾਰਟੂਨ ਟੀਵੀ। ਦੇਵਪੁਰ ਪਿੰਡ ਵਿੱਚ ਕਈ ਦਿਨਾਂ ਤੋਂ ਕਰਵਾ ਚੌਥ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਿੰਡ ਦੀਆਂ ਸਾਰੀਆਂ ਔਰਤਾਂ ਜਗ੍ਹਾ ਜਗ੍ਹਾ ਤੋਂ ਸ਼ਿੰਗਾਰ ਕਰਨ ਦੇ ਲਈ ਸਮਾਨ ਲਿਆ ਰਹੀਆਂ ਸਨ। ਸਾਰੇ ਪਿੰਡ ਵਿੱਚ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ, ਜਿਹਨੂੰ ਦੇਖ ਕੇ ਉੱਥੇ ਨੇੜੇ ਹੀ ਪੀਪਲ ਦੇ ਦਰਖਤ ਤੇ ਬੈਠੀ ਇੱਕ ਚੁੜੈਲ ਬਹੁਤ ਹੈਰਾਨ ਹੋ ਰਹੀ ਸੀ। ਇਹ ਔਰਤਾਂ ਕਿਸ ਚੀਜ਼ ਦੀ ਤਿਆਰੀਆਂ ਕਰ ਰਹੀਆਂ ਨੇ? ਇਹ ਕਹਿ ਕੇ ਚੁੜੈਲ ਨੇ ਇਨਸਾਨੀ ਰੂਪ ਲੈ ਲਿਆ ਅਤੇ ਔਰਤਾਂ ਦੇ ਵਿੱਚ ਜਾ ਕੇ ਬਹਿ ਗਈ। ਹੁਣ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਸਾਡੇ ਪਤੀਆਂ ਦੀ ਉਮਰ ਤੇ ਜ਼ਿੰਦਗੀ ਇਸੇ ਤਰ੍ਹਾਂ ਸਲਾਮਤ ਰਹੇ। ਹਾਂ, ਤੁਸੀਂ ਸਹੀ ਕਹਿ ਰਹੇ ਹੋ ਭੈਣ ਜੀ। ਚੁੜੈਲ ਨੂੰ ਹੁਣ ਇਹ ਸਮਝ ਆ ਗਿਆ ਸੀ ਕਿ ਸਾਰੇ ਇੱਕ ਤਰ੍ਹਾਂ ਦਾ ਵਰਤ ਰੱਖ ਰਹੇ ਨੇ, ਜਿਹੜਾ ਸਿਰਫ ਪਤੀਆਂ ਦੇ ਲਈ ਹੀ ਰੱਖਿਆ ਜਾਂਦਾ ਹੈ। ਜਿਸ ਤੋਂ ਬਾਅਦ ਚੁੜੈਲ ਨੇ ਵੀ ਕਰਵਾ ਚੌਥ ਰੱਖਣ ਬਾਰੇ ਸੋਚਿਆ। ਇੰਨਾ ਸਾਰਾ ਸ਼ਿੰਗਾਰ ਦਾ ਸਮਾਨ ਦੇਖ ਕੇ ਤਾਂ ਮੇਰਾ ਵੀ ਵਰਤ ਰੱਖਣ ਦਾ ਦਿਲ ਕਰ ਰਿਹਾ ਹੈ, ਪਰ ਇਹਦੇ ਲਈ ਤਾਂ ਮੈਨੂੰ ਇੱਕ ਪਤੀ ਦੀ ਲੋੜ ਹੋਊਗੀ। ਪਰ ਹੁਣ ਮੈਂ ਪਤੀ ਨਾਮ ਦੀ ਚੀਜ਼ ਲਿਆਵਾਂ ਤੇ ਲਿਆਵਾਂ ਕਿੱਥੋਂ? ਚੁੜੈਲ ਹੁਣ ਪਰੇਸ਼ਾਨ ਹੋ ਗਈ ਸੀ। ਹੁਣ ਉਹ ਉਦੋਂ ਤੱਕ ਕੇ ਵਰਤ ਨਹੀਂ ਰੱਖ ਸਕਦੀ ਸੀ ਜਦੋਂ ਤੱਕ ਉਹਦੇ ਕੋਲ ਉਹਦਾ ਪਤੀ ਨਾ ਹੋਵੇ। ਇਸ ਗੱਲ ਦਾ ਹੱਲ ਕਰਨ ਦੇ ਲਈ ਚੁੜੈਲ ਨੇੜੇ ਦੀ ਨਦੀ ਦੇ ਕੋਲ ਜਾ ਕੇ ਬਹਿ ਗਈ। ਹੁਣ ਮੈਂ ਇੰਨੀ ਜਲਦੀ ਪਤੀ ਕਿੱਥੋਂ ਲਿਆਵਾਂ? ਚੁੜੈਲ ਇਸ ਬਾਰੇ ਸੋਚ ਹੀ ਰਹੀ ਸੀ ਤੇ ਉਦੋਂ ਹੀ ਉਹਦੀ ਡਾਇਨ ਦੋਸਤ ਉੱਥੇ ਪਹੁੰਚ ਗਈ। ਓਏ ਕੀ ਹੋਇਆ? ਇੰਨੀ ਕੱਲੀ ਕਿਉਂ ਬੈਠੀ ਹੈ? ਕੀ ਹੋਇਆ ਭੈਣ, ਤੂੰ ਇੰਨੀ ਪਰੇਸ਼ਾਨ ਕਿਉਂ ਹੈ? ਆਪਦੀ ਡਾਇਨ ਦੋਸਤ ਦੇ ਪੁੱਛਣ ਤੇ ਚੁੜੈਲ ਨੇ ਉਹਨੂੰ ਸਾਰੀ ਗੱਲ ਦੱਸ ਦਿੱਤੀ। ਓਏ ਇੰਨੀ ਜੀ ਗੱਲ ਤੋਂ ਪਰੇਸ਼ਾਨ ਹੈ? ਇੱਕ ਪਤੀ ਚਾਹੀਦਾ ਨਾ ਤੈਨੂੰ, ਤਾਂ ਚੁੱਕ ਲੈ ਕਿੱਥੋਂ? ਮਤਲਬ ਓਏ ਹੋਰ ਨਹੀਂ ਤਾਂ ਕੀ, ਆਪਣੀ ਚੁੜੈਲ ਹੋਣ ਦੀ ਤਾਕਤ ਦਾ ਇਸਤੇਮਾਲ ਕਰ। ਮੈਂ ਹਾਲੇ ਵੀ ਕੁਝ ਸਮਝ ਨਹੀਂ ਪਾ ਰਹੀ। ਓ ਯਾਰ, ਜਿਹੜਾ ਵੀ ਬੰਦਾ ਤੈਨੂੰ ਪਸੰਦ ਆਉਂਦਾ ਹੈ ਉਹਨੂੰ ਡਰਾ ਕੇ ਉਹਦੇ ਨਾਲ ਵਿਆਹ ਕਰ ਲੈ ਅਤੇ ਫਿਰ ਉਹਦੇ ਲਈ ਕਰਵਾ ਚੌਥ ਦਾ ਵਰਤ ਰੱਖ ਲਈ। ਗੱਲ ਤਾਂ ਤੂੰ ਸਹੀ ਕਹੀ ਹੈ, ਪਰ ਮੈਂ ਉਹਦੇ ਨਾਲ ਵਿਆਹ ਕਰੂੰਗੀ ਕਿਵੇਂ? ਮੰਦਿਰ 'ਚ ਤਾਂ ਮੈਂ ਜਾ ਹੀ ਨਹੀਂ ਸਕਦੀ। ਜਿਹਦੇ ਨਾਲ ਵੀ ਤੂੰ ਵਿਆਹ ਕਰਨਾ ਹੈ ਉਹਨੂੰ ਮੇਰੇ ਕੋਲ ਲੈ ਆਈ, ਮੈਂ ਆਪਣੇ ਤਰੀਕੇ ਨਾਲ ਤੇਰਾ ਵਿਆਹ ਕਰਵਾ ਦਊਂਗੀ। ਇਹ ਬੋਲ ਕੇ ਡਾਇਨ ਉੱਥੋਂ ਚਲੀ ਗਈ। ਜਿਸ ਤੋਂ ਥੋੜੀ ਦੇਰ ਬਾਅਦ ਉੱਥੇ ਨਦੀ ਦੇ ਕੋਲ ਆਉਣ ਜਾਣ ਵਾਲੇ ਹਰ ਬੰਦੇ ਤੇ ਚੁੜੈਲ ਨਜ਼ਰ ਕੱਢ ਕੇ ਬਹਿ ਗਈ। ਥੋੜੀ ਹੀ ਦੇਰ ਵਿੱਚ ਉਹਨੂੰ ਮੁਰਲੀ ਨਾਮ ਦਾ ਇੱਕ ਬੰਦਾ ਉੱਥੋਂ ਜਾਂਦਾ ਹੋਇਆ ਦਿਖਿਆ, ਜਿਹਨੂੰ ਦੇਖ ਕੇ ਚੁੜੈਲ ਨੇ ਉਹਨੂੰ ਹੀ ਆਪਦਾ ਪਤੀ ਬਣਾਉਣਾ ਸਹੀ ਸਮਝਿਆ। ਸ਼ਾਮ ਹੋ ਚੁੱਕੀ ਸੀ, ਜਿਸ ਤੋਂ ਬਾਅਦ ਚੁੜੈਲ ਆਪਦੇ ਅਸਲੀ ਰੂਪ ਦੇ ਵਿੱਚ ਹੀ ਉਹਦੇ ਸਾਹਮਣੇ ਚਲੀ ਗਈ। ਚੁੜੈਲ ਨੂੰ ਆਪਦੇ ਸਾਹਮਣੇ ਦੇਖ ਕੇ ਮੁਰਲੀ ਡਰ ਦੇ ਮਾਰੇ ਕੰਬਣ ਲੱਗਿਆ। ਇਹ ਰਾਮ 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 ਰਾਮ, ਇਹ ਕੀ ਦੇਖ ਲਿਆ ਯਾਰ? ਉਹ ਚੁੜੈਲ ਓਏ ਭੱਜੋ, ਓਏ ਭੱਜੋ, ਓਏ ਭੱਜੋ, ਓਏ ਭੱਜੋ, ਚੁੜੈਲ ਆ ਗਈ, ਆ ਗਈ, ਓਏ ਬਚਾਓ, ਓਏ ਇਹ ਤਾਂ ਇੱਥੇ ਆ ਗਈ, ਓਏ ਭੱਜੋ, ਭੱਜੋ। ਭੱਜਦਾ ਕਿੱਥੇ ਹੈ? ਤੂੰ ਮੇਰੇ ਜਾਲ 'ਚ ਫਸ ਚੁੱਕਿਆ ਹੈ। ਓਏ ਹਾਏ ਓਏ, ਕੀ ਚਾਹੁੰਦੀ ਹੈ ਤੂੰ? ਮੈਨੂੰ ਛੱਡ ਦੇ, ਮੈਨੂੰ ਜਾਣ ਦੇ। ਕੱਲ ਮੇਰੀ ਪਤਨੀ ਮੇਰੇ ਲਈ ਕਰਵਾ ਚੌਥ ਦਾ ਵਰਤ ਰੱਖਣ ਵਾਲੀ ਹੈ, ਮੈਨੂੰ ਜਾਣ ਦੇ। ਹੈ ਤੂੰ ਵਿਆਹਿਆ ਹੋਇਆ ਹੈ? ਹਾਂ ਚੁੜੈਲ ਜੀ। ਚੁੜੈਲ ਨੂੰ ਹੁਣ ਮੁਰਲੀ ਪਸੰਦ ਆ ਚੁੱਕਿਆ ਸੀ। ਉਹਨੇ ਤੈਅ ਕਰ ਲਿਆ ਸੀ ਕਿ ਹੁਣ ਉਹ ਮੁਰਲੀ ਨੂੰ ਹੀ ਆਪਦਾ ਪਤੀ ਬਣਾਉਗੀ। ਪਰ ਇੱਕ ਸ਼ਰਤ ਤੇ ਹੀ ਮੈਂ ਤੈਨੂੰ ਛੱਡਾਂਗੀ, ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਪਊਗਾ। ਕੀ? ਮੇਰਾ ਤਾਂ ਵਿਆਹ ਹੋ ਰੱਖਿਆ ਏ। ਜੇ ਤੈਨੂੰ ਤੇਰੀ ਜਾਨ ਪਿਆਰੀ ਹੈ ਤਾਂ ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਹੀ ਪਊਗਾ, ਸਮਝਿਆ? ਪਰ ਮੈਂ ਕਿਵੇਂ? ਹਾਂ ਬੋਲਦਾ ਹੈ ਜਾਂ ਨਹੀਂ? ਮੁਰਲੀ ਨੂੰ ਆਪਦੀ ਜਾਨ ਬਚਾਉਣ ਦੇ ਲਈ ਚੁੜੈਲ ਨਾਲ ਵਿਆਹ ਕਰਵਾਉਣ ਦੇ ਲਈ ਹਾਂ ਬੋਲਣੀ ਪਈ। ਜਿਸ ਤੋਂ ਬਾਅਦ ਚੁੜੈਲ ਮੁਰਲੀ ਨੂੰ ਲੈ ਕੇ ਡਾਇਨ ਦੇ ਕੋਲ ਪਹੁੰਚੀ, ਜਿੱਥੇ ਉਹਦੀ ਦੋਸਤ ਡਾਇਨ ਨੇ ਉਹਨਾਂ ਦਾ ਵਿਆਹ ਕਰਵਾ ਦਿੱਤਾ। ਜਿਸ ਤੋਂ ਬਾਅਦ ਰੂਪ ਬਦਲ ਕੇ ਚੁੜੈਲ ਮੁਰਲੀ ਦੇ ਨਾਲ ਵਾਪਸ ਪਿੰਡ ਚਲੀ ਗਈ। ਜਿੱਥੇ ਪਹੁੰਚ ਕੇ ਮੁਰਲੀ ਦੀ ਪਤਨੀ ਪਾਰਵਤੀ ਨੇ ਇਹ ਸਭ ਦੇਖਿਆ ਤਾਂ ਉਹਦੀ ਹਾਲਤ ਹੀ ਖਰਾਬ ਹੋ ਗਈ।
ਹਾਏ ਰੱਬਾ, ਇਹ ਕੀ ਦੇਖ ਲਿਆ ਮੈਂ? ਇਹ ਦੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਈ? ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ। ਹਾਏ ਓ ਰੱਬਾ, ਕੱਲ ਇਸ ਬੰਦੇ ਦੇ ਲਈ ਮੈਂ ਸਾਰਾ ਦਿਨ ਭੁੱਖੀ ਪਿਆਸੀ ਰਹੂੰਗੀ ਅਤੇ ਇਹ ਬੰਦਾ ਮਜ਼ੇ ਲੈਣ ਦੇ ਲਈ ਮੇਰੇ ਲਈ ਸੋਤਨ ਚੱਕ ਲਿਆਇਆ। ਹਾਏ ਰੱਬਾ। ਦੇਖ ਪਾਰਵਤੀ, ਤੂੰ ਹੀ ਮੇਰੀ ਪਤਨੀ ਹੈ ਅਤੇ ਅੱਗੇ ਵੀ ਤੂੰ ਹੀ ਰਹੇਂਗੀ। ਤੇ ਇਹ ਚੁੜੇਲ ਕੌਣ ਹੈ? ਤੇਰੀ ਬੇਬੇ? सुन पार्वती, ये सब जो तू देख रही है ये सब सच नहीं है। वो मेरी गल समझ। ਇਹ ਦੇਖੋ, ਇਹ ਬੰਦਾ ਹਲੇ ਵੀ ਮੈਨੂੰ ਹੀ ਸਮਝਣ ਲਈ ਕਹਿ ਰਿਹਾ ਹੈ। ਤੂੰ ਰੋ ਨਾ ਭੈਣ, ਇਹ ਮਰਦ ਲੋਕ ਇਹੋ ਜਿਹੇ ਹੁੰਦੇ ਨੇ। ਸਹੀ ਕਹਿ ਰਹੀ ਹੈ ਭੈਣ। देखो भैन जी, ਤੁਹਾਨੂੰ ਮੇਰੀ ਪਤਨੀ ਨੂੰ ਭੜਕਾਉਣ ਦੀ ਜ਼ਰੂਰਤ ਨਹੀਂ। ਹਾਏ ਓ ਰੱਬਾ, ਵੇਖ ਰਹੇ ਹੋ ਭੈਣ? ਜਦ ਆਪਣਾ ਹੀ ਸਿੱਕਾ ਖੋਟਾ ਹੋਵੇ ਤੇ ਕਿਸੇ ਨੂੰ ਕੀ ਕਹਿਣਾ। ਚਲੋ ਇੱਥੋਂ, ਹੁਣ ਮੈਂ ਇਸ ਬੰਦੇ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ। ਜਾ ਜਾ, ਹੁਣ ਇਹ ਮੇਰਾ ਪਤੀ ਹੈ, ਜਿੰਨੇ ਜੋ ਕਹਿਣਾ ਹੈ ਜੋ ਕਰਨਾ ਹੈ ਕਰ ਲਓ। ਹਨਾ ਪਤੀ ਦੇਵ? ਪਾਰਵਤੀ ਮੇਰੀ ਗੱਲ ਤਾਂ ਸੁਣ। ਓਏ ਸੁਣਤਾ? ਵਿਚਾਰਾ ਮੁਰਲੀ, ਉਹ ਬਸ ਆਪਦੀ ਪਤਨੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਹਦੀ ਪਤਨੀ ਉੱਥੋਂ ਚਲੀ ਗਈ। ਜਾਣ ਦੋ ਨਾ, ਮੈਂ ਹੈਗੀ ਤੇ ਆ ਤੁਹਾਡੇ ਨਾਲ। ਦੇਖੋ ਚੁੜੈਲ ਜੀ, ਤੁਸੀਂ ਜਿੰਨਾ ਕੰਮ ਖਰਾਬ ਕਰਨਾ ਸੀ ਤੁਸੀਂ ਕਰ ਚੁੱਕੇ। ਤੁਹਾਨੂੰ ਬੇਨਤੀ ਹੈ, ਤੁਸੀਂ ਹੁਣ ਬਸ ਹੁਣ ਦੇ ਲਈ ਮੇਰਾ ਪਿੱਛਾ ਛੱਡ ਦਿਓ। ਪਤੀ ਦੇਵ, ਮੈਂ ਤੁਹਾਡਾ ਪਿੱਛਾ ਕਿਵੇਂ ਛੱਡ ਸਕਦੀ ਆ? ਚੁੜੈਲ ਇਸ ਤਰ੍ਹਾਂ ਹੀ ਮੁਰਲੀ ਨੂੰ ਸਾਰੀ ਰਾਤ ਪਰੇਸ਼ਾਨ ਕਰਦੀ ਰਹੀ। ਉੱਤੇ ਹੀ ਬਿੰਦੂ ਦੇ ਘਰ ਰਹਿ ਰਹੀ ਪਾਰਵਤੀ ਨੂੰ ਮਨਾਉਣ ਦੇ ਲਈ ਕਈ ਵਾਰ ਮੁਰਲੀ ਗਿਆ ਵੀ, ਪਰ ਪਾਰਵਤੀ ਮੰਨ ਹੀ ਨਹੀਂ ਰਹੀ ਸੀ। ਮੁਰਲੀ ਬਿੰਦੂ ਦੇ ਘਰ ਮੂਹਰਿਓਂ ਜਾ ਰਿਹਾ ਸੀ, ਜਿਸ ਤੋਂ ਬਾਅਦ ਬਿੰਦੂ ਅਤੇ ਉਹਦੇ ਪਤੀ ਨੇ ਮੁਰਲੀ ਤੇ ਸੜੇ ਟਮਾਟਰ ਛੱਟਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਅਗਲੇ ਦਿਨ ਸਾਰਿਆਂ ਨੇ ਕਰਵਾ ਚੌਥ ਦੇ ਵਰਤ ਦੀ ਸ਼ੁਰੂਆਤ ਕਰ ਦਿੱਤੀ। ਪਾਰਵਤੀ ਨੇ ਵੀ ਨਾ ਚਾਹੁੰਦੇ ਹੋਏ ਵਰਤ ਰੱਖਿਆ। ਸਾਰੀਆਂ ਔਰਤਾਂ ਦੁਲਹਨਾਂ ਵਾਂਗੂ ਸਜੀਆਂ ਹੋਈਆਂ ਸੀ। ਉੱਥੇ ਹੀ ਚੁੜੈਲ ਨੇ ਵੀ ਆਪਦੇ ਆਪ ਨੂੰ ਲਾਲ ਰੰਗ ਦੇ ਜੋੜੇ ਦੇ ਵਿੱਚ ਸਜਾ ਲਿਆ ਸੀ। ਹੁਣ ਸ਼ਾਮ ਹੋ ਚੁੱਕੀ ਸੀ, ਸਾਰੇ ਚੰਦ ਦਾ ਇੰਤਜ਼ਾਰ ਕਰ ਰਹੇ ਸੀ। ਐ ਮੇਰੇ ਪਤੀ ਦੇਵ ਕਿੱਥੇ ਚਲੇ ਗਏ? ਓਹੋ, ਇਹਨਾਂ ਨੂੰ ਹੁਣ ਸਮਝ ਕਿਉਂ ਨਹੀਂ ਆ ਰਿਹਾ ਕਿ ਹੁਣ ਮੈਂ ਹੀ ਇਹਨਾਂ ਦੀ ਘਰ ਵਾਲੀ ਆ? ਦੇਖ ਪਾਰਵਤੀ, ਮੈਂ ਕਹਿ ਰਿਹਾ ਹਾਂ ਨਾ, ਮੇਰਾ ਵਿਸ਼ਵਾਸ ਕਰ। ਇੱਥੋਂ ਜਾ ਰਹੇ ਹੋ ਕਿ ਨਹੀਂ? ਕਿ ਇਸ ਵਾਰ ਵੀ ਪਿਛਲੀ ਵਾਰ ਦੀ ਤਰ੍ਹਾਂ ਜੁੱਤੀਆਂ ਨਾ ਕੁੱਟਾਂ ਤੁਹਾਨੂੰ। ਹੈਂ, ਇਹ ਕੀ ਕਹਿ ਰਹੀ ਹੈ? ਓਏ ਓਏ ਪਾਰਵਤੀ, ਓ ਪਾਰਵਤੀ ਮੈਨੂੰ ਛੱਡ ਦੇ। ਓਏ ਯਾਰ ਛੱਡ ਦੇ ਮੈਨੂੰ। ਜਾਓ ਇੱਥੋਂ, ਨਿਕਲੋ, ਹੁਣ ਸ਼ਕਲ ਨਾ ਦਿਖਾਇਓ। ਇਹਨਾਂ ਨੂੰ ਹੱਥ ਲਾਉਣ ਦੀ ਲੋੜ ਨਹੀਂ ਹੈ। ਚਲੋ ਪਤੀ ਦੇਵ। ओ देवी जी, मैं चला जाऊंगा। ओए चंद निकल आया, चंद चंद निकल आया। ओह वाह, चंद निकल गया। चलो चलो, बर्त खोलते हैं। पार्वती, तू भी आ जा, तू भी तो कुछ नहीं खाया। मैं भुखी मर जाऊंगी, पर तेरी शक्ल देख के आप दा वर्त नहीं खोलांगी। ओए पार्वती, पार्वती। ਸਾਰੇ ਬਰਾਂਡੇ ਵਿੱਚ ਆਪਦੇ ਪਤੀਆਂ ਦੀ ਪੂਜਾ ਕਰਕੇ ਛਾਲਣੀ ਨਾਲ ਚੰਦ ਨੂੰ ਦੇਖ ਕੇ ਆਪਦਾ ਵਰਤ ਖੋਲ ਰਹੀਆਂ ਸੀ। ਸਾਰਿਆਂ ਨੂੰ ਦੇਖ ਕੇ ਚੁੜੈਲ ਵੀ ਮੁਰਲੀ ਦੀ ਪੂਜਾ ਕਰਨ ਲੱਗੀ ਅਤੇ ਦੂਜੇ ਪਾਸੇ ਪਾਰਵਤੀ ਗੁੱਸੇ ਵਿੱਚ ਲਾਲ ਹੁੰਦੀ ਜਾ ਰਹੀ ਸੀ। ਪਰ ਪੂਜਾ ਦੇ ਪਵਿੱਤਰ ਰੀਤੀ ਰਿਵਾਜ ਕਰਕੇ ਚੁੜੈਲ ਖੁਦ ਨੂੰ ਆਪਦੇ ਅਸਲੀ ਰੂਪ ਦੇ ਵਿੱਚ ਆਉਣ ਤੋਂ ਰੋਕ ਨਹੀਂ ਪਾਈ। ਅਤੇ ਉੱਥੇ ਹੀ ਚੁੜੈਲ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਗਈ। ਹਾਏ ओए चुड़ैल, चुड़ैल, ओए चुड़ैल, ओए बचाओ, ओए बचाओ, ओए चुड़ैल आ गई, ओए आ गई, ओए चुड़ैल आ गई, बचाओ। ਇਹ ਦੇਖ ਕੇ ਚੁੜੈਲ ਘਬਰਾ ਗਈ। ਉੱਥੇ ਹੀ ਸਾਰੇ ਪਿੰਡ ਵਾਲੇ ਚੁੜੈਲ ਨੂੰ ਦੇਖ ਕੇ ਡਰ ਦੇ ਮਾਰੇ ਭੱਜਣ ਲੱਗੇ। ਹੁਣ ਪਾਰਵਤੀ ਨੂੰ ਕਾਫੀ ਹੱਦ ਤੱਕ ਇਹ ਗੱਲ ਸਮਝ ਦੇ ਵਿੱਚ ਆ ਗਈ ਸੀ ਕਿ ਕਿਉਂ ਉਹਦਾ ਪਤੀ ਉਹਨੂੰ ਸਾਰੀ ਸੱਚਾਈ ਨਹੀਂ ਦੱਸ ਰਿਹਾ ਸੀ। ਪਾਰਵਤੀ ਨੂੰ ਇਹ ਗੱਲ ਪਤਾ ਚੱਲ ਗਈ ਸੀ ਕਿ ਚੁੜੈਲਾਂ ਕਦੇ ਵੀ ਇਨਸਾਨਾਂ ਦੇ ਤੌਰ ਤਰੀਕਿਆਂ ਨੂੰ ਨਹੀਂ ਸਹਿ ਸਕਦੀਆਂ ਅਤੇ ਜੇ ਰਹੀਆਂ ਤਾਂ ਉਹਨਾਂ ਨੂੰ ਬਹੁਤ ਘੁਟਨ ਮਹਿਸੂਸ ਹੋਊਗੀ। ਇਸ ਲਈ ਚੁੜੈਲ ਤੋਂ ਪਿੱਛਾ ਛੁਡਾਉਣ ਦੇ ਲਈ ਪਾਰਵਤੀ ਨੇ ਇੱਕ ਚਾਲ ਚੱਲੀ। ਸੱਚੀ ਮੇਰਾ ਪਤੀ ਚੁੜੇਲ ਨੂੰ ਹੀ ਲਿਆਇਆ ਹੈ। ਹੁਣ ਤੁਸੀਂ ਦੋਵੇਂ ਇੱਕ ਕੰਮ ਕਰੋ, ਜਾਓ ਅਤੇ ਆਪਦੀ ਜ਼ਿੰਦਗੀ ਆਰਾਮ ਨਾਲ ਬਿਤਾਓ। ਜਾਓ ਜਾਓ ਚੁੜੇਲ ਜੀ, ਤੁਸੀਂ ਮੇਰੇ ਪਤੀ ਨੂੰ ਲਿਜਾ ਸਕਦੇ ਹੋ।
ਇਹ ਕੀ ਕਹਿ ਰਹੀ ਹੈ ਤੂੰ ਪਾਰਵਤੀ? ਮੈਂ ਬਿਲਕੁਲ ਸਹੀ ਕਹਿ ਰਹੀ ਹਾਂ। ਹੁਣ ਤੁਸੀਂ ਇਸ ਚੁੜੇਲ ਦੇ ਨਾਲ ਹੀ ਰਹੋ, ਮੈਂ ਤਾਂ ਚੱਲੀ। ਪਹਿਲਾਂ ਹੀ ਜ਼ਿੰਦਗੀ 'ਚ ਘੱਟ ਪਰੇਸ਼ਾਨੀਆਂ ਨੇ ਜਿਹੜਾ ਮੈਂ ਹੁਣ ਇਨਸਾਨ ਵਰਗੀ ਮੁਸੀਬਤ ਨੂੰ ਵੀ ਪਾਲਾਂ। ਮੈਂ ਤਾਂ ਬਸ ਇਹ ਕਰਵਾ ਚੌਥ ਦਾ ਵਰਤ ਰੱਖਣਾ ਸੀ। ਸੱਚੀ 'ਚ ਥੋੜੀ ਸਾਰੀ ਜ਼ਿੰਦਗੀ ਲਈ ਪਤੀ ਚਾਹੀਦਾ ਸੀ। ਨਾ ਬਾਬਾ ਨਾ, ਇਹ ਨਹੀਂ ਹੁੰਦਾ ਮੇਰੇ ਕੋਲੋਂ। ਹੁਣ ਤਾਂ ਕੁਝ ਕਰਨਾ ਹੀ ਪਊਗਾ। ਮੈਂ ਤਾਂ ਬਸ ਕਰਵਾ ਚੌਥ ਦਾ ਵਰਤ ਰੱਖਣਾ ਸੀ, ਇਸੇ ਲਈ ਮੈਂ ਮੁਰਲੀ ਨਾਲ ਜ਼ਬਰਦਸਤੀ ਵਿਆਹ ਕੀਤਾ। ਪਰ ਮੈਂ ਪਾਰਵਤੀ ਅਤੇ ਮੁਰਲੀ ਦੇ ਵਿੱਚ ਨਹੀਂ ਆਣਾ ਚਾਹੁੰਦੀ ਸੀ। ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੈ। ਮੈਂ ਜੋ ਕਰਨਾ ਸੀ ਉਹ ਮੈਂ ਕਰ ਲਿਆ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਹੁਣ ਕਦੇ ਵੀ ਤੁਹਾਡੇ ਸਾਹਮਣੇ ਨਹੀਂ ਆਉਂਗੀ। ਚੁੜੈਲ ਨੇ ਸਾਰਿਆਂ ਤੋਂ ਆਪਦੀ ਗਲਤੀ ਦੀ ਮਾਫੀ ਮੰਗੀ ਅਤੇ ਉੱਥੋਂ ਚਲੀ ਗਈ। ਇੱਕ ਵਾਰ ਫੇਰ ਆਪਦੀ ਸਮਝਦਾਰੀ ਦਾ ਨਮੂਨਾ ਦਿਖਾਉਂਦੇ ਹੋਏ ਇੱਕ ਪਤਨੀ ਨੇ ਆਪਦੇ ਪਤੀ ਨੂੰ ਬੁਰੀ ਸ਼ਕਤੀਆਂ ਤੋਂ ਬਚਾ ਲਿਆ। ਥੋੜੀ ਹੀ ਦੇਰ ਵਿੱਚ ਸਭ ਕੁਝ ਠੀਕ ਹੋ ਗਿਆ ਅਤੇ ਪਾਰਵਤੀ ਨੇ ਪੂਜਾ ਕਰਕੇ ਆਪਦਾ ਵਰਤ ਖੋਲ੍ਹਿਆ ਅਤੇ ਉਸ ਦਿਨ ਤੋਂ ਹੀ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।